ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੇ ਕੈ ਹੱਥ ਦਾਨ। ਭਾਵੈ ਦੇ ਨਾ ਦੇਈ ਸੋਇ, ਕੀਤੇ ਕੈ ਕਹਿਆ ਕਿਆ ਹੋਇ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚ ਕੱਚ ਨਿਕੱਚ ਰਹਾਉ। ਜਾ ਕੇ ਰੁੱਖ ਬਿਰਖ ਆਰਾਉ, ਜੇਹੀ ਧਾਤ ਤੇਹਾ ਤਿਨ ਨਾਉ। ਫੁੱਲ ਭਾਉ ਫਲ ਲਿਖਿਆ ਪਾਇ, ਆਪ ਬੀਜ ਆਪੇ ਹੀ ਖਾਇ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਨਾਨਕ ਆਣੇ ਆਵੈ ਰਾਸ, ਬਿਨ ਨਾਵੈ ਨਾਹੀ ਸਾਵਾਸ। ਨਾਨਕ ਆਣੇ ਆਵੈ ਰਾਸ, ਬਿਨ ਨਾਵੈ ਨਾਹੀ ਸਾਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਵਡਭਾਗੇ ਹੋ ਜੋ ਇਸ ਪਦਾਰਥਵਾਦੀ ਮਾਹੌਲ ਵਿੱਚੋਂ ਉਡਾਰੀ ਮਾਰ ਨਾ ਸਿਰਫ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਆਏ ਹੋ, ਬਲਕਿ ਬਾਕਾਇਦਾ ਮੌਸਮ ਦਾ ਮੁਕਾਬਲਾ ਕਰਦਿਆਂ ਹੋਇਆਂ ਨਿੱਜ ਘਰਾਂ ਤੋਂ ਗੁਰੂ ਘਰ ਪਹੁੰਚ ਕੇ ਸਤਿਗੁਰੂ ਜੀ ਦੇ ਸਨਮੁਖ ਨਤਮਸਤਕ ਹੁੰਦਿਆਂ ਜਿੱਥੇ ਆਪ ਜੀ ਨੇ ਸੀਸ ਪਾਵਨ ਕੀਤੇ ਨੇ, ਉੱਥੇ ਆਪਣੇ ਕੰਨਾਂ ਦੇ ਕਾਸਿਆਂ ਨਾਲ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨਾਂ ਦਾ ਰਸ ਚੋ ਕੇ ਜੀਵਨ ਨੂੰ ਸਫਲ ਬਣਾਉਣ ਦਾ ਪ੍ਰਯਤਨ ਕਰ ਰਹੇ ਹੋ। ਆਓ, ਵਕਤ ਬੇਸ਼ਕੀਮਤੀ ਹੈ, ਇਸ ਦੀ ਸੰਭਾਲ ਕਰੀਏ। ਚੇਤਾ ਕਰਾ ਦਿਆਂ, ਪੰਜਾਬੀ ਦੇ ਮਸ਼ਹੂਰ ਗੁਰਮੁਖ ਸਿੱਖ ਕਵੀ ਸਤਿਕਾਰਯੋਗ ਭਾਈ ਸਾਹਿਬ ਡਾਕਟਰ ਵੀਰ ਸਿੰਘ, ਉਹ ਕਹਿੰਦੇ ਨੇ, ਮੈਂ ਇੱਕ ਦਿਨ ਵਕਤ ਨੂੰ ਆਖਿਆ, ਇਹ ਵਕਤ ਜਰਾ ਆਹਿਸਤਾ ਆਹਿਸਤਾ ਹੌਲੀ ਹੌਲੀ ਸਹਿਜੇ ਸਹਿਜੇ ਤੁਰਿਆ ਕਰ, ਇੰਨੀ ਕਾਹਲ ਨਾ ਕਰਿਆ ਕਰ। ਤੇ ਉਹਨੇ ਮੇਰੀ ਗੱਲ ਸੁਣੀ, ਅਨਸੁਣੀ ਕਰ ਦਿੱਤੀ। ਫਿਰ ਮੈਂ ਲਿਲਕੜੀ ਲੈ ਕੇ ਆਖਿਆ, ਤਰਲਾ ਲੈ ਕੇ ਆਖਿਆ, ਵਾਸਤਾ ਪਾ ਕੇ ਆਖਿਆ, ਪਰ ਮੇਰੇ ਵਾਸਤੇ ਦਾ ਵੀ ਉਹਦੇ ਉੱਤੇ ਅਸਰ ਕੋਈ ਨਾ ਹੋਇਆ। ਸਾਡੇ ਕੋਈ ਘਰ ਆ ਜਾਏ ਨਾ ਗੁਰਮਖੋ, ਤੇ ਉਹ ਜਾਣਾ ਚਾਹਵੇ ਤੇ ਅਸੀਂ ਉਹਨੂੰ ਫਿਰ ਕਹਿੰਦੇ ਹਾਂ ਵੀ ਤੁਸੀਂ ਨਾ ਜਾਵੋ, ਸਾਡਾ ਦਿਲ ਕਰਦਾ ਵੀ ਹੋਰ 1-2 ਦਿਨ ਰਵੋ। ਤੇ ਇਦੋਂ ਅਗਲਾ ਸਟੈਪ ਕੀ ਹੈ? ਜੇ ਉਹ ਕਵੇ ਵੀ ਨਹੀਂ ਮੈਂ ਤੇ ਜਾਣਾ ਹੀ ਹੈ, ਤੇ ਵੱਧ ਤੋਂ ਵੱਧ ਅਸੀਂ ਹੱਥ ਫੜ ਲਾਂਗੇ, ਬਾਂਹ ਫੜ ਲਾਂਗੇ ਵੀ ਵੀਰ ਜੀ, ਭੈਣ ਜੀ, ਅਸੀਂ ਤੁਹਾਨੂੰ ਅੱਜ ਨਹੀਂ ਜਾਣ ਦੇਣਾ। ਕਹਿਣ ਲੱਗੇ, ਮੈਂ ਤੇ ਸਮੇਂ ਦਾ ਜਿਹੜਾ ਕਮੀਜ਼ ਸੀ ਨਾ, ਕਮੀਜ਼ ਚੋਲਾ, ਉਹਦੀ ਕੰਨੀ ਵੀ ਘੁੱਟ ਕੇ ਫੜੀ, ਪਰ ਉਹਨੇ ਕੰਨੀ ਵੀ ਮੇਰੇ ਹੱਥੋਂ ਛੁਡਾ ਲਈ। ਫਿਰ ਮੈਂ ਉਹਦੇ ਰਾਹ ਵਿੱਚ ਬੜੇ ਅਟਕਾਂ ਖੜੀਆਂ ਕੀਤੀਆਂ, ਬ੍ਰੇਕਰ ਖੜੇ ਕੀਤੇ, ਸਪੀਡ ਬ੍ਰੇਕਰ, ਉਹਨੇ ਉਹ ਵੀ ਸਾਰੇ ਤੋੜ ਦਿੱਤੇ। ਔਰ ਉਹ ਕਹਿੰਦੇ ਵੀ ਰਹੀ ਵਾਸਤੇ ਘੱਟ, ਸਮੇਂ ਨੇ ਇੱਕ
ਨਾ ਮੰਨੀ। ਫੜ ਫੜ ਰਹੀ ਤਰੀਕ, ਪਰ ਸਮੇਂ ਖਿਸਕਾਈ ਕੰਨੀ। ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਲਿਖਿਆ ਮੈਂ ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ। ਇਹਨੂੰ ਹੋ ਵੀ ਕਹਿੰਦੇ ਨੇ, ਹਾਹੇ ਨੂੰ ਹੋੜੇ ਨਾਲ। ਮੈਂ ਕਹਿੰਦਾ ਉਹਨਾਂ ਹੋਸ਼ ਸੰਭਲ। ਗੱਲ ਸਮਝਣ ਲਈ, ਕਿਉਂਕਿ ਗੁਰਬਾਣੀ ਨਹੀਂ, ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਗੁਨਾਹ ਨਹੀਂ। ਹੋਸ਼ ਸੰਭਲ, ਸੰਭਾਲ ਇਸ ਸਮੇਂ ਨੂੰ। ਇਹ ਸਮਾਂ ਉਡੰਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ। ਲੰਘ ਗਿਆ ਨਾ ਮੁੜ ਕੇ ਆਉਂਦਾ। ਤੋ ਗਵਾਚੀ ਹੋਈ ਮਾਇਆ ਕਈ ਵਾਰਾਂ ਵਾਪਸ ਪ੍ਰਾਪਤ ਹੋ ਜਾਂਦੀ ਏ। ਸਵਸਥ ਖਰਾਬ ਹੋ ਜਾਏ ਤੇ ਕਿਸੇ ਸਿਆਣੇ ਵੈਦ ਹਿਕਮਤ ਡਾਕਟਰ ਦੀ ਸਲਾਹ ਨਾਲ ਦੁਬਾਰਾ ਸਿਹਤਯਾਬੀ ਵੀ ਹਾਸਲ ਕੀਤੀ ਜਾ ਸਕਦੀ ਏ। ਖੁਦਾ ਨਾ ਖਾਸਤਾ ਇੱਜ਼ਤ ਆਬਰੂ ਤੇ ਆਂਚ ਆ ਜਾਏ ਤੇ ਵਕਤ ਪਾ ਕੇ ਉਹ ਜ਼ਖਮ ਵੀ ਮੁਰੰਮਤ ਹੋ ਜਾਂਦੇ ਨੇ। ਸਭ ਕੁਝ ਵਾਪਸ ਮਿਲ ਜਾਂਦਾ ਹੈ। ਜੇ ਨਹੀਂ ਮਿਲਦਾ ਤੇ ਉਹ ਗਵਾਚਿਆ ਹੋਇਆ ਵਕਤ ਨਹੀਂ ਦੁਬਾਰਾ ਮਿਲਦਾ। ਇਸ ਲਈ ਜਿਨ੍ਹਾਂ ਨੇ ਵਕਤ ਦੀ ਸੰਭਾਲ ਕਰ ਲਈ, ਸਮਝ ਲਓ ਉਹਨਾਂ ਨੇ ਜੀਵਨ ਸਫਲ ਕਰ ਲਿਆ। ਆਓ ਕੋਸ਼ਿਸ਼ ਕਰੀਏ ਬਈ ਵਕਤ ਪਾਸ ਨਾ ਹੋਵੇ, ਵਕਤ ਸਾਂਭਿਆ ਜਾਏ। ਸੁਰਤ ਬਿਰਤ ਜੋੜੋ ਗੁਰੂ ਚਰਨਾਂ 'ਚ, ਪਿਆਰ ਭੇਜ ਖੁੱਭ ਕੇ, ਉਤੋਂ ਉਤੋਂ ਨਹੀਂ, ਔਰ ਮਿਲਤ ਨਾਲ, ਅਗੜ ਪਿਛੜ ਨਹੀਂ। ਉਚਾਰਨ ਕਰੀਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ। ਵਿਚਾਰਧੀਨ ਸ਼ਬਦ ਦੇ ਜਿਹੜੇ ਬੋਲ ਆਪ ਜੀ ਨੇ ਸਰਵਣ ਕੀਤੇ ਨੇ ਗੁਰੂ ਸਵਾਰਿਆਂ ਤੋਂ, ਇਹ ਸ਼ਬਦ ਦੀਆਂ ਸਾਧ ਸੰਗਤ ਰਹਾਉ ਵਾਲੀਆਂ ਪੰਕਤੀਆਂ ਨੇ, ਜਿਹਦੇ ਵਿੱਚ ਸ਼ਬਦ ਦਾ ਮੁੱਖ ਭਾਵ, ਕੇਂਦਰੀ ਭਾਵ ਜਾਂ ਸੈਂਟਰਲ ਆਈਡੀਆ ਮੌਜੂਦ ਹੋਇਆ ਕਰਦਾ ਹੈ। ਹੁਣ ਹਜ਼ੂਰ ਫੁਰਮਾਨ ਕੀ ਕਰ ਰਹੇ ਨੇ? ਪਹਿਲਾਂ ਪਦ ਅਰਥ, ਫਿਰ ਸਰਲ ਅਰਥ, ਫਿਰ ਭਾਵ ਅਰਥ, ਔਰ ਫਿਰ ਥੋੜੀ ਜੀ ਉਹਨੂੰ ਅਸੀਂ ਐਕਸਪਲੇਨ ਕਰਾਂਗੇ ਸਾਰੇ ਰਲ ਮਿਲ ਕੇ। ਆਪੇ ਸੱਚ। ਹੁਣ ਜਿਹੜਾ ਸੱਚ ਸ਼ਬਦ ਹੈ, ਆਮ ਤੌਰ ਤੇ ਝੂਠ ਦੇ ਜਿਹੜਾ ਵਿਪਰੀਤ ਸ਼ਬਦ ਹੈ, ਉਹ ਸੈਂਸ ਵਿੱਚ ਅਸੀਂ ਜ਼ਿਆਦਾ ਬੋਲਨੇ ਆ। ਇੱਥੇ ਸੱਚ ਦੇ ਅਰਥ ਕੀ ਨੇ? ਸਦਾ ਥਿਰ ਰਹਿਣ ਵਾਲਾ, ਅਵਿਨਾਸ਼ੀ, ਜਿਹਦਾ ਕਦੀ ਨਾਸ਼ ਨਹੀਂ ਹੁੰਦਾ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸਦਾ ਥਿਰ ਰਹਿਣ ਵਾਲਾ ਹੈ। ਹੋਰ ਜੋ ਕੁਝ ਵੀ ਦਿਸਦਾ ਨਿਜ਼ਾਮ ਹੈ ਨਾ ਗੁਰਸਵਾਰਿਓ, ਆਪ ਸਾਰੇ ਬਾਣੀ ਦੇ ਪ੍ਰੇਮੀ ਹੋ, ਇਹ ਸਾਰਾ ਦਿਸਦਾ ਨਿਜ਼ਾਮ ਜਿਹੜਾ ਹੈ ਇਹ ਸੱਚ ਨਹੀਂ। ਐਸਾ ਨਹੀਂ ਵੀ ਇਹ ਕਦੀ ਨਾਸ਼ ਨਹੀਂ ਹੋਵੇਗਾ। ਇਹ ਜਿਹੜਾ ਦਿਸਦਾ ਸੰਸਾਰ ਹੈ ਇਹ ਕਈ ਵਾਰੀ ਬਣਿਆ ਹੈ, ਕਈ ਵਾਰੀ ਬਿਨਸਿਆ ਹੈ, ਔਰ ਤੁਹਾਡੇ ਮੂੰਹ ਚੜੇ ਬੋਲ ਨੇ। ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਵਿੱਚ ਫਰਮਾਨ ਕਰਦੇ ਨੇ ਵੀ ਕਈ ਵਾਰ ਪਸਰਿਓ ਪਾਸਾਰਾ। ਕਈ ਵਾਰ ਐਸਾ ਹੋ ਚੁੱਕਾ ਹੈ। ਇਹਦਾ ਮਤਲਬ ਵੀ ਇਹ ਸੰਸਾਰ ਕਈ ਵਾਰੀ ਫਨਾ ਫਿਲਾ ਹੋ ਚੁੱਕਾ ਹੈ, ਕਈ ਵਾਰ ਖਤਮ ਹੋ ਚੁੱਕਾ ਹੈ, ਔਰ ਕਈ ਵਾਰੀ ਦੁਬਾਰਾ ਫਿਰ ਬਣ ਵੀ ਚੁੱਕਾ ਹੈ। ਪਰ ਜਿਹੜਾ ਨਿਰੰਕਾਰ ਹੈ ਉਹਦੇ ਬਾਰੇ ਸਭ ਤੋਂ ਜ਼ਿਆਦਾ ਮੂੰਹ ਚੜੀਆਂ ਪੰਕਤੀਆਂ ਨੇ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਨਹੀਂ ਮਰਦਾ। ਪ੍ਰਮਾਤਮਾ ਜਿਵੇਂ ਆਪ ਸਦਾ ਥਿਰ ਹੈ, ਉਸੇ ਤਰ੍ਹਾਂ ਉਹਦਾ ਨਾਮ ਵੀ ਸਦਾ ਥਿਰ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਔਰ ਜਿਹੜੇ ਨਾਮ ਜਪ ਲੈਂਦੇ ਨੇ ਨਾ, ਉਹ ਵੀ ਅਮਰ ਹੋ ਜਾਂਦੇ ਨੇ। ਇੱਕ ਵਾਰੀ ਕਹਿ ਦਿਓ ਸਾਰੀ ਸੰਗਤ, ਸਤਨਾਮ ਸ੍ਰੀ ਵਾਹਿਗੁਰੂ। ਖਾਤਰ ਹੋਵੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਿਨ੍ਹਾਂ ਨੇ ਗੁਰਮੰਤਰ ਜਪਿਆ। ਗੁਰਮੰਤਰ ਕੀ ਹੈ? ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਉਹ ਵੀ ਨਹੀਂ ਮਰਦੇ। ਬਾਕੀ तमाम ਲੋਕ ਜਿਹੜੇ ਨੇ ਉਹ ਆਉਂਦੇ ਨੇ
ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਵੀ ਮਾਇਆ ਦੀ ਐਸੀ ਖੇਡ ਖੇਡਦੇ ਨੇ, ਮਰ ਜਾਂਦੇ ਨੇ ਔਰ ਨਾਮ ਹੀ ਮਰ ਜਾਂਦਾ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ। ਵੇਖੋ ਮਾਇਆ ਦੀ ਪਰਿਭਾਸ਼ਾ ਕੀ ਹੈ। ਮਾਇਆ ਦੀ ਕੋਈ ਪਰਿਭਾਸ਼ਾ ਸਿਰਫ ਕਰੰਸੀ ਨਹੀਂ। ਹਰ ਉਹ ਜਾਨਦਾਰ ਤੇ ਬੇਜਾਨ ਵਸਤੂ ਪਦਾਰਥ ਜਿਹਦੇ ਮੋਹ ਵਿੱਚ ਪੈ ਕੇ ਮਨੁੱਖ ਨੂੰ ਜੀਵਨ ਦਾ ਪ੍ਰਯੋਜਨ ਭੁੱਲ ਜਾਏ, ਉਹ ਕੀ ਹੈ? ਮਾਇਆ। ਬਸ ਇਤਨੀ ਕੁ ਗੱਲ। ਉਹ ਕੁਝ ਵੀ ਹੋ ਸਕਦਾ ਹੈ। ਉਹ ਇੱਕ ਮਿੱਟੀ ਦੀ ਮੁੱਠ ਵੀ ਹੋ ਸਕਦੀ ਹੈ। ਜੇ ਉਹਦੇ ਮੋਹ ਵਿੱਚ ਪੈ ਕੇ ਪ੍ਰਯੋਜਨ ਭੁੱਲ ਗਿਆ ਤੇ ਉਹ ਵੀ ਮਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਪਹਿਲੀ ਸਟੇਜ ਦੇ ਉੱਤੇ ਮਾਇਆ ਦੁੱਧ ਮਾਇਆ ਬਣ ਜਾਂਦਾ ਹੈ। ਮਾਂ ਦਾ ਦੁੱਧ ਹੈ, ਉਹ ਪੀਣਾ ਕੋਈ ਬੁਰੀ ਗੱਲ ਨਹੀਂ, ਉਹ ਬੱਚੇ ਦੀ ਗਿਜ਼ਾ ਹੈ, ਬੱਚੇ ਦੀ ਖੁਰਾਕ ਹੈ। ਪਰ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਪਹਿਲੀ ਸਟੇਜ ਤੇ ਬੱਚੇ ਵਾਸਤੇ ਮਾਂ ਦਾ ਦੁੱਧ ਹੀ ਮਾਇਆ ਹੋ ਨਿਬੜਦਾ। ਹੁਣ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਨੇ, ਉੱਥੇ ਕੁਝ ਨਹੀਂ ਵਾਪਰਦਾ। ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਗੁਰਮੁਖ ਪਿਆਰੇ ਵਿਦਵਾਨ ਬੜੇ ਰਸ ਨਾਲ ਇਹ ਕਥਾ ਸੁਣਾਉਂਦੇ ਨੇ ਵੀ ਜਿਸ ਵਕਤ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਪੱਤਰੀ ਬਣਾਣੀ ਸੀ, ਜਨਮ ਪੱਤਰੀ। ਸੰਕੀਰਤਾ ਵੱਲ ਨਾ ਜਾਇਓ, ਮੇਰੀ ਗੱਲ ਨੂੰ ਸਮਝਿਓ। ਗੁਰਮਤ ਦਾ ਪ੍ਰਕਾਸ਼ ਬੋਲਾਂ ਦੇ ਮਾਧਿਅਮ ਨਾਲ ਹੋਣਾ ਹੈ, ਬੋਲਾਂ ਦੇ ਮਾਧਿਅਮ ਨਾਲ, ਸਰੀਰ ਨਾਲ ਨਹੀਂ। ਅਜੇ ਬੋਲ ਗੁਰੂ ਨਾਨਕ ਸਾਹਿਬ ਦੀ ਰਸਨਾ ਤੇ ਆਏ ਹੀ ਕੋਨੀ ਗੇ। ਇਸ ਲਈ ਅਜੇ ਘਰ ਵਿੱਚ ਸਭ ਕੁਝ ਜੋ ਚੱਲ ਰਿਹਾ ਨਾ, ਉਹ ਮਨਮਾਤੀ ਚੱਲ ਰਹੀ ਹੈ। ਮੈਨੂੰ ਮਾਫ ਕਰਨਾ, ਮਨਮਤ। ਗੁਰਮਤ ਦਾ ਅਜੇ ਪ੍ਰਕਾਸ਼ ਨਹੀਂ ਹੋਇਆ। ਜਿੱਦਣ ਹਜ਼ੂਰ ਨੇ ਬਚਨ ਸ਼ੁਰੂ ਕਰਨੇ ਨਾ, ਪਾਂਦੇ ਨੂੰ ਕੁਝ ਕਹਿਣਾ ਹੈ, ਟੀਚਰ ਨੂੰ ਕੁਝ ਕਹਿਣਾ ਹੈ, ਪ੍ਰੀਚਰ ਨੂੰ ਕੁਝ ਕਹਿਣਾ, ਉਦੋਂ ਗੁਰਮਤ ਦਾ ਬੋਲਬਾਲਾ ਸ਼ੁਰੂ ਹੋਣਾ। ਅਜੇ ਨਹੀਂ। ਤੇ ਪੱਤਰੀ ਬਣਾਉਣ ਵਾਲਾ ਪ੍ਰੋਹਿਤ ਹਰਦਿਆਲ ਕਹਿੰਦਾ ਬਾਪੂ ਕਲਿਆਣ ਦਾਸ ਨੂੰ ਵੀ ਕਲਿਆਣ ਦਾਸ ਜੀ, ਪਟਵਾਰੀ ਸਾਹਿਬ, ਬੱਚੇ ਦੇ ਜਨਮ ਵੇਲੇ ਕੁਝ ਲੱਛਣ ਦੱਸੋ, ਲੱਛਣ। ਤੇ ਉਹ ਕਹਿੰਦਾ ਵੀ ਲੱਛਣ ਤੇ ਦੌਲਤਾਂ ਦਾਈ ਦੱਸ ਸਕਦੀ ਹੈ। ਦੌਲਤਾਂ ਦਾਈ ਨੂੰ ਸੱਦਿਆ। ਮੈਂ ਗੱਲ ਲੰਮੀ ਨਾ ਕਰਾਂ। ਬੋਲੀ ਬਚਨ ਦੌਲਤਾਂ ਦਾਈ, ਸੁਨੋ ਬਿਰਤਾਂਤ ਅਹੋ ਦਿਜ ਰਾਈ, ਬਹੁ ਸਿਸ ਜਨਮੇ ਮਮ ਕਰ ਮਾਹੀ। ਕਰ ਕਹਿੰਦੇ ਨੇ ਹੱਥ ਨੂੰ, ਸਿਸ ਕਹਿੰਦੇ ਨੇ ਬੱਚੇ ਨੂੰ। ਮੇਰੇ ਇਹਨਾਂ ਹੱਥਾਂ ਵਿੱਚ ਕਈ ਬੱਚਿਆਂ ਨੇ ਜਨਮ ਲਿਆ, ਕਿਉਂਕਿ ਇਹਨਾਂ 12 13 15 ਪਿੰਡਾਂ ਦੇ ਵਿੱਚ ਹੋਰ ਕੋਈ ਦਾਈ ਨਹੀਂ। ਮੈਨੂੰ ਲੋਕੀ ਘੋੜੀਆਂ ਤੇ ਚਾੜ ਕੇ ਲਿਜਾਂਦੇ ਨੇ, ਮੈਂ ਬੱਚਿਆਂ ਦੇ ਜਨਮ ਕਰਵਾਨੀ ਆ। ਲਿਖਿਆ ਬੋਲੀ ਬਚਨ ਦੌਲਤਾਂ ਦਾਈ, ਸੁਨੋ ਬਿਰਤਾਂਤ ਅਹੋ ਦਿਜ ਰਾਈ, ਬਹੁ ਸਿਸ ਜਨਮੇ ਮਮ ਕਰ ਮਾਹੀ, ਯਹ ਅਚਰਜ ਕਬ ਦੇਖਿਓ ਨਾਹੀ। ਕਹਿਣ ਲੱਗੇ ਪਰ ਅਚਰਜ ਕੀ ਉਹ ਤੇ ਦੱਸ। ਆਖਣ ਲੱਗੀ ਉਹ ਅਚਰਜ ਇਹ ਹੈ, ਦੀਰਘ ਨਰ ਜੋ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਪਲੇ ਹੈ। ਦੀਰਘ ਵੱਡਾ, ਮਿਚੋਰ, ਇੱਕ ਸਿਆਣਾ ਬੰਦਾ ਕਿਸੇ ਨੂੰ ਵੀ ਮਿਲੇ ਅੱਗੋਂ, ਅੱਖਾਂ ਚਾਰ ਹੋਣ, ਤੇ ਇੱਕ ਆਮ ਤਹਿਜ਼ੀਬ ਹੈ ਵੀ ਅਸੀਂ ਬਾਡੀ ਲੈਂਗੁਏਜ ਇਸ ਤਰ੍ਹਾਂ ਦੀ ਬਣਾਉਂਦੇ ਆ ਵੀ ਤੈਨੂੰ ਵੇਖ ਕੇ ਮੈਨੂੰ ਖੁਸ਼ੀ ਹੋਈ ਹੈ। ਇਦਾਂ ਹੀ ਕਰਨੇ ਆ ਨਾ। ਇੱਥੇ ਤੇ ਮੈਂ ਘੱਟ ਵੇਖਿਆ, ਜਦੋਂ ਮੈਨੂੰ ਵਿਦੇਸ਼ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਕੋਈ ਵੀ ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿਸੇ ਵੀ ਕਮਿਊਨਿਟੀ ਦਾ ਵਿਅਕਤੀ ਮਿਲੇ, ਖਾਸ ਕਰਕੇ ਉਥੋਂ ਦੀ ਕਮਿਊਨਿਟੀ ਜਿਹੜੇ ਗੋਰੇ ਨੇ, ਉਹਨਾਂ ਨੇ ਤੁਹਾਨੂੰ ਜ਼ਰੂਰ ਸਮਾਈਲ ਕਰਕੇ ਲੰਘਣਾ ਹੈ, ਇਜ਼ਹਾਰ ਕਰਨਾ ਵੀ ਤੈਨੂੰ ਵੇਖ ਕੇ ਸਾਨੂੰ ਖੁਸ਼ੀ ਹੋਈ। ਕਹਿਣ ਲੱਗੀ ਆਮ ਤੌਰ ਤੇ ਜਨਮ ਵੇਲੇ ਬੱਚੇ ਚੀਖ ਮਾਰਦੇ ਨੇ, ਪਰ ਮੈਂ ਹੈਰਾਨ ਰਹਿ ਗਈ ਵੀ ਇਹਨਾਂ ਚੀਖ ਨਹੀਂ ਮਾਰੀ, ਰੋਏ ਨਹੀਂ, ਬਲਕਿ ਜਦੋਂ ਮੈਂ ਗੌਰ ਨਾਲ ਵੇਖਿਆ ਵੀ ਰੋਏ ਨਹੀਂ, ਹਾਏ ਮਤੇ ਕੋਈ ਸਮੱਸਿਆ ਨਾ ਹੋਵੇ। ਜਦੋਂ ਮੈਂ ਗੌਰ ਨਾਲ ਮੂੰਹ ਵੇਖਿਆ ਤੇ ਇਹ ਤੇ ਉਲਟਾ ਮੁਸਕਰਾ ਰਹੇ ਸਨ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਹੁਣ ਉਹ ਕਾਰਨ ਕੀ ਹੈ? ਬਹੁਤ ਬੱਚੇ ਆਉਂਦੇ ਨੇ ਮੇਰੇ ਸਮੇਤ, ਅਸੀਂ ਆਏ, ਰੋਂਦੇ ਆਏ, ਮੈਨੂੰ ਖਿਮਾ ਕਰਨਾ, ਤਾ ਉਮਰ ਰੋਂਦੇ ਹੀ ਰਹੇ ਔਰ ਰੋਂਦੇ ਹੀ ਦੁਨੀਆ ਤੋਂ ਰੁਖਸਤ ਹੋ ਗਏ। ਜੁੜੇ ਹੋਏ ਹੱਸਦੇ ਆਉਂਦੇ ਨੇ, ਹੱਸਦੇ ਹੱਸਦੇ ਵਿਅੰਗ ਨਾਲ ਹੀ ਪ੍ਰਚਾਰ ਕਰ ਜਾਂਦੇ ਨੇ ਔਰ ਹੱਸਦੇ ਹੱਸਦੇ ਸੰਸਾਰ ਤੋਂ ਰੁਖਸਤ ਹੋ ਜਾਂਦੇ ਨੇ। ਜਿਉਣ ਦੀ ਜਾਚ ਆ ਗਈ। ਤੋ ਰੋਣ ਦਾ ਕਾਰਨ ਕੀ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰ।
ਪਰਿਵਾਰ 'ਚ ਵਧਾਈਆਂ ਦਾ ਆਦਾਨ ਪ੍ਰਦਾਨ ਹੈ, ਹੱਸਦੇ ਨੇ, ਖੁਸ਼ੀ ਮਨਾਉਂਦੇ ਨੇ। ਬੱਚੇ ਦੇ ਜਨਮ ਤੇ ਕਿਹਨੂੰ ਖੁਸ਼ੀ ਨਹੀਂ ਹੁੰਦੀ? ਬੱਚਾ ਰੋਂਦਾ ਹੈ, ਪਰਿਵਾਰ ਹੱਸਦਾ ਹੈ। ਬੱਚਾ ਕਿਉਂ ਰੋਂਦਾ ਹੈ? ਤੇ ਉਹ ਤੁਹਾਡੇ ਮੂੰਹ ਚੜੇ ਬੋਲ ਨੇ ਵੀ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਤੇ ਮਾਇਆ ਅਮਰ ਵਰਤਾਇਆ। ਦੇਖੋ ਨਾ, ਬੱਚਾ ਛੋਟਾ ਜਿਹਾ ਤੁਸੀਂ ਪੰਘੂੜੇ 'ਚ ਲਟਾਇਆ ਹੈ, ਮਾਂ ਨੇ ਕੰਮ ਕਰਨਾ ਹੈ। ਉਹ ਬੋਤਲ ਦੇ ਵਿੱਚ ਦੁੱਧ ਪਾ ਕੇ ਉੱਤੇ ਨਿੱਪਲ ਚਾੜ ਕੇ ਇੱਕ ਕੱਪੜੇ ਦਾ ਇਨੂ ਜਿਹਾ ਬਣਾ ਕੇ ਵੀ ਸਰਕੇ ਨਾ, ਉਹਦੇ 'ਚ ਰੱਖ ਕੇ ਉਹਦੇ ਮੂੰਹ 'ਚ ਪਾ ਦਿੰਦੀ ਹੈ। ਔਰ ਖੁਦਾ ਨਾ ਖਾਸਤਾ ਉਹ ਨਿੱਪਲ ਮੂੰਹ 'ਚੋਂ ਨਿਕਲ ਜਾਏ ਤੇ ਬੱਚਾ ਕੀ ਕਰਦਾ ਹੈ? ਰੋਂਦਾ ਹੈ, ਕਿਉਂਕਿ ਨਿੱਪਲ ਮੂੰਹ 'ਚੋਂ ਨਿਕਲ ਗਈ, ਜੋ ਰਸ ਆ ਰਿਹਾ ਸੀ ਉਹ। ਹੁਣ ਉਹ ਜਿਹੜਾ ਅੰਦਰ ਰਸ ਸੀ ਨਾ, ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ, ਮਿਰਤਕ ਪਿੰਡ ਪਦ ਮਦ ਐਨਸ ਏਕ ਅਗਿਆਨ ਸੋ ਨਾਗਾ, ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿਤ ਅਦਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ, ਫਿਰ ਪਛਤਾਵੇਂਗਾ ਮੂੜਿਆ, ਤੂੰ ਕਮਨ ਕੁਮਤ ਭ੍ਰਮ ਲਾਗਾ। ਹੁਣ ਆਮ ਤੌਰ ਤੇ ਮੈਂ ਵੇਖਿਆ ਕਈ ਬੰਦੇ, ਉਹ ਇਹਨਾਂ ਦਾ ਤੇ ਗਿਆਨੀਆਂ ਦਾ ਤੇ ਕੰਮ ਹੀ ਇਹ ਹੈ ਵੀ ਨਾਮ ਜਪੋ, ਬਾਣੀ ਪੜੋ, ਸੰਗਤ ਵਿੱਚ ਆਵੋ। ਗੁਰੂ ਸਵਾਰਿਓ, ਇਸ ਤਰ੍ਹਾਂ ਦੇ ਯੁੱਗ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਮਿਲ ਜਾਣਗੇ ਜਿਹੜੇ ਕਹਿਣਗੇ ਇਹ ਤੇ ਐਵੇਂ ਫਜ਼ੂਲ ਗੱਲਾਂ ਨੇ। ਤੇ ਇੱਕ ਵਾਰ ਕਿਤੇ ਭਗਤ ਕਬੀਰ ਸਾਹਿਬ ਨੇ ਵੀ ਕਿਸੇ ਨੂੰ ਸਮਝਾਇਆ ਸੀ ਤੇ ਉਹਨੇ ਮਜ਼ਾਕ ਉਡਾਇਆ। ਉਹ ਕਹਿਣ ਲੱਗੇ, ਭਲਿਆ ਸਮਾਂ ਉਹ ਵੀ ਆਉਣਾ ਜਦੋਂ ਤੇਰੇ ਕੋਲ ਮਨੁੱਖਾ ਸਰੀਰ ਨਹੀਂ ਹੋਣਾ। ਉਹ ਕਹਿਣ ਲੱਗਾ, ਫਿਰ ਹੋਰ ਕੀ ਹੋਣਾ ਹੈ? ਕਹਿਣ ਲੱਗੇ, 4 ਪਾਮ, 2 ਸਿੰਘ, ਮੁਖ ਹੋਵੇਗਾ ਪਰ ਗੂੰਗਾ, ਗੁੰਗ ਮੁਖ ਤਬ ਕੈਸੇ ਗੁਣ ਗਾਈ ਹੈ। ਹੁਣ ਤੇ ਤੈਨੂੰ ਕੋਈ ਸਤਿਕਾਰ ਨਾਲ ਕਹਿੰਦਾ, ਭਾਈ ਸਾਹਿਬ ਜੀ ਆ ਚਲੋ ਜਰਾ ਕਿਰਪਾ ਕਰੋ ਸਾਡੇ ਨਾਲ, ਥੋੜਾ 10 ਕੁ ਮਿੰਟ ਕੰਮ ਹੈ, ਆਓ। ਤੇ ਫਿਰ ਜਦੋਂ ਤੈਨੂੰ ਕਿਤੇ ਲਿਜਾਣਾ ਤੇ ਹੱਥ ਜੋੜ ਕੇ ਨਹੀਂ ਕਹਿਣਾ, ਤੂੰ ਬੈਠੇ ਹੋਣਾ ਤੇ ਦਾੜ ਕਰਕੇ ਡੰਡਾ ਜਿਹੜਾ ਉਹ ਤੇਰੇ ਪੁੜਿਆਂ ਦੇ ਉੱਤੇ ਅਗਲੇ ਨੇ ਰਸੀਦ ਕਰ ਦੇਣਾ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਾਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਤੇਰੇ ਕੰਨ ਨੂੰ ਪਾੜ ਕੇ ਨੱਥ ਪਾਈ ਹੋਣੀ ਹੈ ਤੇ ਤੇਰੇ ਕੰਨ ਦੇ ਉੱਤੇ ਜੂੜਾ ਰੱਖ ਰੱਖ ਕੇ ਉਹ ਸੁੱਜ ਕੇ ਏਡਾ ਏਡਾ ਹੋਇਆ ਹੋਣਾ। ਤੇ ਕੋਦੋ ਕੋ ਭੁੱਸ ਖਾਈ ਹੈ, ਬਾਜਰੇ ਦਾ ਜਿਹੜਾ ਵੇਸਟੇਜ ਹੈ, ਫੂਸ ਹੈ। ਫਿਰ ਨਖਰੇ ਕਰਨ ਦਾ ਮੌਕਾ ਨਹੀਂ ਮਿਲਣਾ, ਨਮਕ ਘੱਟ ਹੈ, ਮਿਰਚ ਜ਼ਿਆਦੀ ਹੈ, फलाना जूस ले आओ, फ्रूट ले आओ, ड्राई फ्रूट ले आओ, ये ले आओ, वो ले आओ ना। खुरली च कोदो का भुस खाई है, सारो दिन डोलत बन मैया, अजहू ना पेट अघाई है। जन भगतन को कहो ना माने, कियो आपनो पई है, सोवे जिया अपना किया। तो ये डरान वाली गल्लां नहीं, ये सब कुछ वापरना है। बच्चा स्कूल जा रहा है, होमवर्क कर रहा है, मेहनत कर रहा है, और एक नहीं कर रहा, कोई करे ना करे, सारिਆਂ ਨੂੰ पता भी इम्तिहानां दे दिन ते वरे बाद आ जाने ने, और उत्थे कोई वन भन्निया आवाज नहीं देंदा, जो दिमाग चों निकलना वही लिखना पैना। इसे तरह हजूर कहंदे ने भी संबत साहा लिखिया, मिलकर पावो तेल, दिओ सज्जन असीसड़ियां, जो होवे सहब स्यों घर घर एहो। साडे पंजाबी दे विच एक शब्द हुण भी खास करके माझा, भावें वो लहिंदे पंजाब दा, भावें इधर चढ़दे पंजाब दा, पोचा शब्द, फलाने घर अज पोचा आया है। वो पोचा की है? असल शब्द है पाहोचा। जदों चिट्ठी लिख के ते ओदे ते तारीख लिख के, दिन लिख के ते बेनती करनी है भी फलां दिन फलां तरीक फलां जगह ते तुसी बारात लैके ते आवो, उस वे तुम पै जाती भी फलाने दे घर पोचा आ गया, हुणे तरीक टलनी नहीं। इसे तरह ये मौत रूपी जिहड़ी पोचे दी तरीक है, वो घर घर विच मौत भाजी बन रही है। जरा को सजग हो, खबरदार हो, पड़ोसी के जो हुआ तू अपने पी जान। तो मैं जिथों बेनती शुरू की सी, गुरु सवारियो, कोई सज्जन मैडिकल साइंस नाल रिलेटेड संगत च बैठा होवे ते उन्हां दा अपना मैथड है। वो कहंदे ने भी जिहड़ा बच्चा रोंदा उहदा कारण यह है भी मां दे उधर विच ना उहनूं जिहड़ी ग़िज़ा मिल रही है, उहनूं जो भोजन मिल रहा है, उहनूं जिहड़ा पानी मिल रहा है, उहनूं जिहड़ी ऑक्सीजन मिल रही है, वो सारी मां प्राप्त करदी है और हिस्से आउंदा बच्चे नूं मिल जांदा है। एक पाइप जिहनूं नाड़ू कहने आ, उहदे नाल जुड़िया है और उहनूं सब कुछ मिल रहा है। बच्चे का जन्म होया और संपर्क टुट गया,
ਕੁਝ ਕਾਲ ਕੀਤੀ, ਕੜੱਚ ਕਰਕੇ ਨਾੜੂ ਕੱਟ ਦਿੱਤਾ। ਨਵਾਂ ਜਿਹੜਾ ਉਪਕਰਨ ਸੀ ਸਾਹ ਲੈਣ ਵਾਲਾ, ਅਜੇ ਹੈਪਚਲ ਨਹੀਂ ਸੀ, ਔਰ ਉਹਦੇ ਰਾਹੀਂ ਆਕਸੀਜਨ ਆ ਰਹੀ ਸੀ, ਉਹ ਕੱਟ ਦਿੱਤਾ। ਥੋੜੀ ਦੇਰ ਲਈ ਉਹਨੂੰ ਤਕਲੀਫ ਹੁੰਦੀ ਹੈ, ਉਹ ਰੋ ਪੈਂਦਾ। ਇਹ ਉਹਨਾਂ ਦਾ ਥਿੰਕਿੰਗ ਹੈ। ਗਿਆਨੀ ਤੇ ਵਿਗਿਆਨੀਆਂ ਦਾ ਇੱਥੇ ਥੋੜਾ ਜਿਹਾ ਮਤਭੇਦ ਹੈ, ਬਾਹਲੀਆਂ ਗੱਲਾਂ ਨੂੰ ਤੇ ਲੈ ਕੇ ਨਹੀਂ। ਉਹ ਕਹਿੰਦੇ ਨੇ ਵੀ ਨਹੀਂ, ਗੱਲ ਇਸ ਗਿਜ਼ਾ ਦੀ ਨਹੀਂ ਸੀ, ਸਰੀਰਕ ਗਿਜ਼ਾ ਕਰਕੇ ਨਹੀਂ ਰੋਇਆ, ਆਤਮਕ ਗਿਜ਼ਾ ਕਰਕੇ ਰੋਇਆ ਹੈ। ਜਿਵੇਂ ਹੀ ਹਵਾ ਲੱਗੀ ਨਾ, ਲਾਗਤ ਪਵਨ ਖਸਮ ਵਿਸਰਾਇਆ, ਸੰਸਾਰ ਦੀ ਹਵਾ ਲੱਗੀ, ਖਸਮ ਵਿਸਰ ਗਿਆ, ਔਰ ਉਹ ਜਿਹੜਾ ਰਸ ਸੀ ਨਾ ਨਾਮ ਦੇ ਵਿੱਚ, ਉਹ ਟੁੱਟ ਗਿਆ, ਕਿਉਂਕਿ ਉਹ ਰਸ ਬੜਾ ਹੈ। ਮੈਨੂੰ ਤੇ ਤਾਂ ਨਹੀਂ ਤਸੱਲੀ ਹੁੰਦੀ, ਸਾਡੇ ਵਿੱਚੋਂ ਟਾਵਿਆਂ ਨੂੰ ਛੱਡ ਕੇ ਬਾਲਿਆਂ ਨੂੰ ਤਾਂ ਨਹੀਂ ਤਸੱਲੀ ਹੁੰਦੀ ਵੀ ਕਦੀ ਉਹ ਰਸ ਲਿਆ ਹੀ ਨਹੀਂ। ਜਿਹੜੇ ਬੰਦੇ ਨੇ ਸਾਰੀ ਉਮਰ ਖਿਚੜੀ ਖਾਧੀ, ਖੀਰ ਦੇ ਦਰਸ਼ਨ ਹੀ ਨਹੀਂ ਕੀਤੇ, ਬਣਦੇ ਤੇ ਚੌਲ ਵੀ, ਖਿਚੜੀ ਵੀ ਚੌਲਾਂ ਦੀ ਹੈ ਤੇ ਬਣਦੀ ਖੀਰ ਵੀ ਚੌਲਾਂ ਦੀ। ਜਿੰਨੇ ਮੇਰੇ ਵਰਗੇ ਨੇ ਖਿਚੜੀ ਖਾਧੀ ਨਹੀਂ, ਉਹਨੂੰ ਕਹੀਏ ਵੀ ਭਰਾਵਾ ਇਸੇ ਤਰ੍ਹਾਂ ਦਾ ਇੱਕ ਹੋਰ ਪਦਾਰਥ ਹੁੰਦਾ, ਬਣਦਾ ਉਹ ਵੀ ਚੌਲਾਂ ਦਾ, ਪਰ ਉਹ ਬੜਾ ਸਵਾਦੀ ਹੁੰਦਾ। ਉਹ ਕਹਿੰਦਾ ਛੱਡੋ ਪਰ ਐਵੇਂ ਗੱਪਾਂ ਮਾਰਦੇ ਹੋ, ਇਦੋਂ ਸਵਾਦੀ ਹੋਰ ਕੀ ਹੋ ਸਕਦਾ? ਕਿਉਂਕਿ ਅਜੇ ਖੀਰ ਖਾਧੀ ਨਹੀਂ। ਸ਼ੱਕਰ ਦਾ ਆਪਣਾ ਸਵਾਦ ਹੈ, ਖੰਡ ਦਾ ਆਪਣਾ ਸਵਾਦ ਹੈ, ਗੁੜ ਦਾ ਆਪਣਾ ਸਵਾਦ ਹੈ, ਮਾਖਿਓਂ ਦਾ ਆਪਣਾ ਸਵਾਦ ਹੈ, ਔਰ ਖਾਂਗੜ ਮੱਝਾਂ ਦੇ ਦੁੱਧ ਦਾ ਵੀ ਆਪਣਾ ਸਵਾਦ ਹੈ। ਪਰ ਨਾਮ ਦਾ ਸਵਾਦ ਤੇ ਉਦੋਂ ਕਿਤੇ ਅੱਬਲ ਹੈ। ਤਾਈਏ ਤੁਸੀਂ ਕਹਿੰਦੇ ਹੋ ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਉਹ ਸਵਾਦ ਵੇਖਿਆ ਨਹੀਂ ਸੀ। ਹੁਣ ਉਹ ਜਿਹੜਾ ਰਸ ਸੀ ਨਾਮ ਦਾ, ਉਹ ਟੁੱਟ ਗਿਆ, ਔਰ ਬੱਚੇ ਨੇ ਚੀਖ ਮਾਰ ਦਿੱਤੀ। ਔਰ ਹੁਣ ਹੋਰ ਤੇ ਕਿਸੇ ਚੀਜ਼ ਨਾਲ ਵਾਹ ਨਹੀਂ, ਦੁੱਧ ਪੀਣਾ ਹੈ ਮਾਂ ਦਾ, ਉਹ ਦੁੱਧ ਦੀ ਮਾਇਆ ਬਣ ਗਿਆ। ਗੁਰੂ ਨਾਨਕ ਸਾਹਿਬ ਮਾਝ ਕੀ ਵਾਰ ਦੇ ਆਰੰਭ ਚ ਕਹਿੰਦੇ ਨੇ, ਪਹਿਲੇ ਪਿਆਰ ਲੱਗਾ ਥਾਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਆਪੇ ਸੱਚ ਭਾਵੇ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ। ਮੈਂ ਇਹਨੂੰ ਆਗਿਆ ਲੈ ਕੇ ਐਕਸਪਲੇਨ ਕਰ ਰਿਹਾ। ਦੂਜੇ ਭਈਆ ਭਾਬੀ ਬੇਬ, ਤੀਜੇ ਖਿਮਾ ਕਰਨਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਸਿਫਾਰਿਸ਼ਾਂ ਕਰ ਕਰਕੇ ਪਦਾਰਥ ਬਣਾਉਣੇ ਨੇ, ਛੇਵੇਂ ਕਾਮ ਨਾ ਪੁੱਛੇ ਜਾਤ, ਅੱਗੋਂ ਪਿੱਛੋਂ ਪੁੱਛਦਾ ਉਦੋਂ ਨਹੀਂ, ਸਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ, ਫਿਰ ਲਿਖਿਆ ਨੌਵੇਂ ਧੌਲੇ ਉੱਭੇ ਸਾ, ਔਖੇ ਸਾਹ ਲੈਂਦਾ, ਦਸਵੇਂ ਦੱਦਾ ਸੜ ਗਿਆ, ਹੋਆ ਸਵਾ ਗਏ ਸੰਗੀਤ, ਸੰਗੀਤ ਸਾਥੀ ਰਿਸ਼ਤੇਦਾਰ, ਪੁਕਾਰੀ ਤਾ ਉੱਡਿਆ ਹੰਸ ਦਸਾਏ ਰਾਹ। ਅਗਲੇ ਬਚਨ ਥੋੜਾ ਜਿਹਾ ਉਚੇਚਾ ਕੰਨ ਤੇ ਮਨ ਦੇ ਕੇ, ਆਇਆ ਆਇਆ ਸੀ, ਗਿਆ ਚਲਾ ਗਿਆ, ਆਇਆ ਗਿਆ ਮੋਇਆ ਨਾਮ, ਇਹਦਾ ਨਾਮ ਹੀ ਦੁਨੀਆ ਤੋਂ ਮਰ ਗਿਆ। ਹਕੀਕਤ ਹੈ, ਮੈਨੂੰ ਤੁਹਾਨੂੰ ਆਪਣੇ ਫਾਦਰ ਦੇ ਨਾਂ ਦਾ ਪਤਾ ਹੈ, ਗ੍ਰੈਂਡ ਫਾਦਰ ਦਾ ਪਤਾ ਹੈ। ਚਲੋ ਵੱਧ ਤੋਂ ਵੱਧ ਗ੍ਰੈਂਡ ਫਾਦਰ ਦੇ ਗ੍ਰੈਂਡ ਫਾਦਰ, ਉਦੋਂ ਜ਼ਿਆਦਾ ਸੰਗਤ ਚੋਂ ਕੋਈ ਇੱਕ ਪ੍ਰਾਣੀ ਹੱਥ ਖੜਾ ਕਰਕੇ ਦੱਸਦਾ ਵੀ ਮੈਨੂੰ ਆਪਣੇ ਦਾਦੇ ਦੇ ਦਾਦੇ ਦੇ ਦਾਦੇ ਦਾ ਨਾਮ ਪਤਾ, ਕੋਈ ਪਤਾ ਨਹੀਂ। ਔਰ ਜਿੰਨਾ ਕੁ ਅਸੀਂ ਚੇਤਾ ਰੱਖਿਆ ਇਸ ਕਰਕੇ ਵੀ ਕਦੀ ਕਦੀ ਕੁਝ ਵੇਚਣ ਖਰੀਦਣ ਲਈ ਲੋੜ ਪੈਂਦੀ ਏ, ਇਸ ਕਰਕੇ ਅਸੀਂ ਉਹ ਉਹਨਾਂ ਕੋ ਹੈਬਚਲਾਂ ਯਾਦ ਕਰ ਲੈਣ, ਅਦਰਵਾਈਜ਼ ਅਸੀਂ ਇਹਨਾਂ ਨੂੰ ਵੀ ਯਾਦ ਨਾ ਕਰੀਏ, ਸਵਾਰਥੀ ਜੋ ਹੈ। ਪਰ ਜਿਨ੍ਹਾਂ ਨੇ ਨਾਮ ਜਪਿਆ ਹੈ, ਕਬੀਰ ਸਾਹਿਬ, ਭਗਤ ਨਾਮਦੇਵ ਸਾਹਿਬ, ਛੋਟੇ ਛੋਟੇ ਬੱਚੇ ਧਰੂ ਤੇ ਪ੍ਰਹਿਲਾਦ, ਜਿਨ੍ਹਾਂ ਨੂੰ ਕਹਿੰਦੇ ਹੋ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ, ਉਹ ਕਿੱਥੇ ਮਰੇ ਨੇ? ਉਹਨਾਂ ਦਾ ਤੇ ਰੋਜ਼ ਜ਼ਿਕਰ ਹੁੰਦਾ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹ ਨਹੀਂ ਮਰਦੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਔਰ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਬੀਰ ਸਾਕਤ ਤੇ ਸ਼ੂਕਰ ਭਲਾ, ਕੰਮ ਪਿਆਰਾ ਹੈ, ਚੰਮ ਨਹੀਂ ਪਿਆਰਾ। ਸਾਕਤ ਮਰ ਗਿਆ, ਲੋਕੀ ਕਹਿੰਦੇ ਚੰਗਾ ਮਗਰੋਂ ਲੱਥਾ। ਸੂਰ ਮਰ ਗਿਆ, ਕਹਿੰਦੇ ਬੜਾ ਮਾੜਾ ਹੋਇਆ। ਹੁਣ ਵਾਂਗੂ ਪਖਾਨੇ ਨਹੀਂ ਸਨ ਨਾ, ਲੋਕ ਆਪਣੀ ਹਾਜਤ ਨਾ ਪਿੰਡਾਂ ਦੇ ਨੇੜੇ ਨੇੜੇ ਕਰਦੇ ਸਨ। ਬੜਾ ਗੰਦ ਪੈ ਗਿਆ, ਸੱਥ 'ਚ ਬੈਠੇ ਲੋਕ, ਕੀ ਹੋਇਆ ਕੀ ਹੋਇਆ, ਪਿੰਡ ਨਰਕ ਬਣ ਗਿਆ। ਉਹ ਕਹਿਣਗੇ ਤੁਹਾਨੂੰ ਨਹੀਂ ਪਤਾ, ਸੂਰ ਮਰ ਗਿਆ, ਆਖਣ ਲੱਗੇ ਬੜਾ ਮਾੜਾ ਹੋਇਆ, ਪਿੰਡ ਦੀ ਸਫਾਈ ਕਰ ਦਿੰਦਾ ਸੀ, ਗੰਦਗੀ ਜੂ ਖਾ ਜਾਂਦਾ। ਸਾਕਤ ਮਰ ਜਾਏ ਤੇ ਲੋਕ ਕਹਿੰਦੇ ਚੰਗਾ ਹੋਇਆ, ਸੂਰ ਮਰੇ ਤੇ ਲੋਕ ਕਹਿੰਦੇ ਮਾੜਾ ਹੋਇਆ। ਕੋ ਸਤਨਾਮ ਸ੍ਰੀ। ਇਸ ਲਈ ਸਾਕਤ ਤੇ ਸ਼ੂਕਰ ਭਲਾ ਰਾਖੇ ਆਛਾ ਗਾਉ, ਪਿੰਡ ਦੀ ਸਫਾਈ ਕਰ ਦਿੰਦਾ। ਉਹ ਸਾਕਤ ਬੱਪਰਾ ਮਰ ਗਿਆ, ਕੋਈ ਨਾ ਲਹਿ ਨਾਉ।
ਵਾਹਿਗੁਰੂ ਨੂੰ ਨਾਮ ਪਾਉਂਦਾ ਹੈ। ਆਪੇ ਸੱਚ ਅਕਾਲ ਪੁਰਖ ਆਪ ਸਦਾ ਥਿਰ ਰਹਿਣ ਵਾਲਾ ਹੈ, ਭਾਵੈ ਤਿਸ ਸੱਚ। ਉਹਨੂੰ ਕੀ ਪਾਉਂਦਾ ਹੈ ਜੀ? ਸਦਾ ਥਿਰ ਪਰਮਾਤਮਾ ਦਾ ਨਾਮ ਵੀ ਸਦਾ ਥਿਰ ਰਹਿਣ ਵਾਲਾ, ਔਰ ਉਹਨੂੰ ਆਪਣਾ ਨਾਮ ਜਿਹੜਾ ਉਹ ਚੰਗਾ ਲੱਗਦਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਦੇ ਬਚਨ ਨੇ 100 ਮਣ ਹਸਤੀ ਘਿਓ ਗੁੜ ਖਾਵੇ। ਆ ਸਰਕਸਾਂ ਵਿੱਚ ਜਿਨ੍ਹਾਂ ਹਾਥੀ ਰੱਖੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਰੱਖਣਾ ਬਹੁਤ ਮਹਿੰਗਾ ਹੈ, ਉਹਦੀ ਗਜ਼ਾ ਜ਼ਿਆਦਾ ਹੈ। ਬਹੁਤ ਸਾਰੇ ਦਰਖਤ ਜਿਹੜੇ ਨੇ ਛਾਂਗ ਕੇ ਲਿਆਉਣੇ ਪੈਂਦੇ, ਜੇ ਅਨਾਜ ਪਾਈਏ ਤੇ ਉਹਦਾ ਖਰਚਾ ਬਹੁਤ ਜ਼ਿਆਦਾ ਹੈ, ਉਹਦਾ ਆਕਾਰ ਬੜਾ ਵੱਡਾ ਹੈ, ਉਹਦੀ ਖੁਰਾਕ ਵੀ ਬਹੁਤ ਜ਼ਿਆਦਾ ਹੈ। 100 ਮਣ ਹਸਤੀ ਮੈਨੇ ਹਾਥੀ ਘਿਓ ਗੋੜ ਖਾਵੇ 500 ਦਾਣਾ ਖਾਏ। ਡੱਕੈ ਫੂਕੈ ਖੇ ਉਡਾਏ ਸਾਗੇ ਪਛਤਾਏ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ ਕਰੀ